ਜਦੋਂ ਚਾਰ ਬੱਚੇ ਇਸ ਦੁਨੀਆ ਵਿੱਚ ਨਹੀਂ ਰਹੇ ਸਨ, ਤੁਹਾਡੇ ਤੇ ਕੀ ਬੀਤੀ? ਇਸ ਤੋਂ ਅੱਗੇ ਮੈਨੂੰ ਕੋਈ ਨਹੀਂ ਗੱਲ ਆਉਂਦੀ ਵੀ ਕੀ ਕਹਿਣਾ ਤੇ ਕੀ ਨਹੀਂ ਕਹਿਣਾ। ਜੇ ਉਹਨੇ ਕੀਤੀ ਆ ਤੇ ਉਹਨੇ ਆਪਣੀ ਭੋਗ ਲਈ ਆ। 6 ਮਹੀਨਿਆਂ ਦੇ ਵਿੱਚ ਮੇਰੇ 6 ਜੀ ਚਲੇ ਗਏ। ਨਹੀਂ, ਤੁਸੀਂ ਨਹੀਂ ਚਾਹੁੰਦੇ ਸੋ ਕਿ ਅਜ਼ੀਮ ਅਸਲ ਹਕੀਕਤ ਦੱਸਦਾ ਕਿ बिस्मिल्लाहिर्रहमानिर्रहीम अस्सलाम वालेकुम नाजरीन, मैं हूं सरदार आदिल मुस्तफ़ा। आप देख रहे हैं आप टीवी। नाजरीन, मैं लाहौर के इलाका कान्हा के काछा पिंड में मौजूद हूँ, जहाँ पे 4 बच्चों के बाप अज़ीम की डेड बॉडी भी आई है और उसका घर भी है यहाँ पर। और आपको बताऊँ कि अज़ीम के वालिद साहब भी हमारे साथ मौजूद हैं। ये मैं जिन 4 बच्चों की बात कर रहा हूँ कि ये वही मामला है कि 4 बच्चों को जो है नहर में धक्का दे के जिसके ऊपर मुबैना तौर पर इल्ज़ाम भी है कि उसने 4 बच्चे अपने कत्ल किए और कत्ल करने के बाद जो है मुख्तलिफ बहाने ये शख्स बनाता रहा कि मेरे 4 बच्चे अगवा हो गए हैं। लेकिन जो है मुतज़ाद बयानात की वजह से पुलिस ने अज़ीम को गिरफ़्तार किया और जो है गिरफ़्तारी के बाद जो है पुलिस मुकाबले में मुबैना तौर पर जो है गुज़श्ता रात जो है इसको भी कत्ल कर दिया गया। तो अज़ीम के वालिद साहब भी मेरे साथ मौजूद हैं। हम सारी बात अज़ीम के वालिद साहब से करेंगे। अस्सलाम वालेकुम। वालेकुम सलाम। अंकल जी, बहुत अफसोस है, ज़ाहिर है तुहाडा एक बेटा पहले भी फोत होया, ए हुण तुहाडा दूसरा बेटा जिहड़ा है वो चला गया, की कहोगे सारे मामले पे? ਮਾਮਲੇ ਤੇ ਕੀ ਕਰਨਾ। ਇਹ ਜਿਹੜੇ ਬੱਚੇ ਨੇ ਨਹਿਰ 'ਚ ਧੱਕਾ ਦਿੱਤਾ ਬੱਚਿਆਂ ਨੂੰ, ਉਹਨੇ ਧੱਕਾ ਦਿੱਤਾ, ਉਹਨੇ ਮਾੜਾ ਕੀਤਾ, ਜੋ ਵੀ ਕੀਤਾ ਉਹਨੇ ਆਪਣੀ ਭੋਗ ਲਈ। ਤੁਸੀਂ ਬੱਚਿਆਂ ਦੇ ਦਾਦਾ ਸੋ, ਦਾਦਾ ਜਿਹੜਾ ਹੈ ਉਹ ਆਪਣੇ ਪੁੱਤਰਾਂ ਨਾਲੋਂ ਵੱਧ ਜਿਹੜਾ ਹੈ ਪੋਤਿਆਂ ਨੂੰ ਪਿਆਰ ਕਰਦਾ ਹੈ। ਜੀ। ਤੇ ਜਦੋਂ 4 ਬੱਚੇ ਇਸ ਦੁਨੀਆ ਵਿੱਚ ਨਹੀਂ ਰਹੇ ਸਨ, ਤੁਹਾਡੇ ਤੇ ਕੀ ਬੀਤੀ? ਤੇ ਹੁਣ ਪਤਾ ਚੱਲਿਆ ਕਿ ਤੁਹਾਡਾ ਪੁੱਤਰ ਵੀ ਕਤਲ ਹੋ ਗਿਆ। ਕੀ ਤੁਹਾਡੇ ਤੇ ਬੀਤ ਰਹੀ ਹੈ? ਜ਼ਾਹਿਰ ਹੈ ਉਹਦਾ ਅਸੀਂ ਔਰ ਆਮ ਬੰਦਾ ਨਹੀਂ ਉਹਦਾ ਕਰ ਸਕਦੇ ਅੰਦਾਜ਼ਾ। ਕੀ ਕਹੋਗੇ ਤੁਸੀਂ? ਮੈਂ ਕੀ ਕਹਿਣਾ, ਮੈਨੂੰ ਇਸ ਤੋਂ ਅੱਗੇ ਕੋਈ ਗੱਲ ਨਹੀਂ ਆਉਂਦੀ। ਇਸ ਤੋਂ ਅੱਗੇ ਮੈਨੂੰ ਕੋਈ ਨਹੀਂ ਗੱਲ ਆਉਂਦੀ ਪਈ ਵੀ ਕੀ ਕਹਿਣਾ ਤੇ ਕੀ ਨਹੀਂ ਕਹਿਣਾ। ਅੱਛਾ, ਜਦੋਂ ਤੁਹਾਡੇ 4 ਪੋਤੇ ਪਤਾ ਚੱਲਿਆ ਕਿ ਤੁਹਾਡੇ ਪੁੱਤਰ ਨੇ 4 ਪੋਤੇ ਧੱਕਾ ਦੇ ਦਿੱਤਾ ਨਹਿਰ ਵਿੱਚ, ਉਹਨਾਂ ਨੂੰ ਮਾਰ ਦਿੱਤਾ, ਤੇ ਕੀ ਤੁਹਾਡੇ ਤੇ ਉਸ ਟਾਈਮ ਸੀ ਤੁਹਾਨੂੰ ਯਕੀਨ ਆਂਦਾ ਸੀ ਕਿ ਤੁਹਾਡੇ ਪੁੱਤਰ ਵਾਕਈ ਹਰਕਤ ਕਰ ਸਕਦਾ ਹੈ, ਕਿ ਜਾਂ ਤੁਸੀਂ ਕਹਿੰਦੇ ਸੋ ਕਿ ਜਾਂ ਇਹ ਗੁਮਾਨ ਹੁੰਦਾ ਸੀ ਕਿ ਨਹੀਂ ਇਹ ਵਾਕਿਆ ਨਹੀਂ ਕਰ ਸਕਦਾ? ਮੈਨੂੰ ਤੇ ਇਹ ਪਤਾ ਵੀ ਇਹ ਹਰਕਤ ਕਰ ਨਹੀਂ ਸਕਦਾ। ਇਹ ਹੁਣ ਪਤਾ ਨਹੀਂ ਉਹਦੇ ਤੇ ਕੀ ਮਾਮਲਾ ਚੱਲਿਆ ਤੇ ਉਹਨੇ ਬੱਚੇ ਸੁੱਟ ਦਿੱਤੇ। ਮੈਨੂੰ ਉਸ ਪੁੱਤਰ ਨਾਲੋਂ ਵੀ ਮੇਰੇ ਪੋਤਰੀਆਂ ਪੋਤਰੇ ਪਿਆਰੇ ਸੀ। ਅੱਛਾ, ਪੁੱਤਰ ਨਾਲੋਂ ਵੀ ਤੁਹਾਨੂੰ ਆਪਣੇ ਪੋਤੇ ਪਿਆਰੇ ਸਨ? ਹਾਂਜੀ। ਜੇ ਉਹਨੇ ਕੀਤੀ ਆ ਤੇ ਉਹਨੇ ਆਪਣੀ ਭੋਗ ਲਈ ਆ, ਅੱਗੇ ਮੈਨੂੰ ਕੋਈ ਪਤਾ ਨਹੀਂ। ਅੱਛਾ, ਤੁਸੀਂ ਪੁਲਿਸ ਦੇ ਫੈਸਲੇ ਨਾਲੋਂ ਔਰ ਮੁਤਮਿਨ ਹੋ ਕਿ ਇਹ ਜਿਹੜਾ ਹੋਇਆ ਆਪਣਾ ਪੁਲਿਸ ਦੇ ਨਾਲ ਉਹਦੇ ਨਾਲ ਕਹਿੰਦੇ ਨੇ ਕਿ ਬਾਜ਼ ਲੋਕ ਇਹ ਕਹਿ ਰਹੇ ਨੇ ਕਿ ਪੁਲਿਸ ਨੇ ਹੀ ਜਿਹੜਾ ਮਰਵਾਤਾ ਤੁਹਾਡੇ ਪੁੱਤਰ ਨੂੰ, ਕੀ ਸਮਝਦੇ ਹੋ ਕਿ ਇਹਦੇ ਕਿਤਨੀ ਹਕੀਕਤ ਹੈ? ਇਹ ਮੈਨੂੰ ਕੋਈ ਪਤਾ ਨਹੀਂ। ਉਹਨਾਂ ਦਾ ਮਸਲਾ ਕੀ ਤੇ ਉਹਨਾਂ ਕੀ ਕੀਤਾ ਤੇ ਉਹਦੇ ਨਾਲ ਕੀ ਬਣਿਆ, ਇਹਦਾ ਅੱਗੇ ਨਹੀਂ ਮੈਨੂੰ ਪਤਾ। ਅੱਛਾ, ਇਹਦਾ ਨਹੀਂ ਪਤਾ। ਮੈਂ ਜਦੋਂ ਦਾ ਬੱਚਾ ਮੇਰਾ ਫੜਿਆ ਹੈ ਨਾ, ਮੈਂ ਨਹੀਂ ਗਿਆ। ਅੱਜ ਮੈਂ ਗਿਆ ਲਾਸ਼ ਲੈਣ ਵਾਸਤੇ, ਨਹੀਂ ਤਾਂ ਮੈਂ ਜਿਉਂ ਫੜਿਆ ਮੈਂ ਨਹੀਂ ਗਿਆ। ਅੱਛਾ, ਲਾਸ਼ ਲੈਣ ਵਾਸਤੇ ਤੁਸੀਂ ਗਏ ਸੋ, ਤੁਹਾਡੇ ਅੰਗੂਠਾ ਤੇ ਵੀ ਹੈ ਨਿਸ਼ਾਨ ਜਿਹਾ ਹੈ, ਕੀ ਤੁਸੀਂ ਆਪਣਾ ਰਿਕਵਰ ਕੀਤੀ? ਤੁਹਾਡੇ ਸਾਈਨ ਇਸ ਤੇ ਹੋਏ? ਹਾਂਜੀ ਹਾਂਜੀ। ਤੇ ਹੁਣ ਤੁਹਾਡਾ ਪੁੱਤਰ ਵੀ ਨਹੀਂ ਰਿਹਾ, ਤੇ ਕੀ ਕਹੋਗੇ ਕਿ ਕਿਸ ਤਰੀਕੇ ਨਾਲ ਇੱਕ ਜ਼ਿਹਨ ਵਿੱਚ ਇੱਕ ਇਨਸਾਨ ਦਾ ਇੱਕ ਬਾਪ ਹੈ, ਇੱਕ ਬਾਪ ਤੇ ਜਿਹੜੀ ਬੀਤਦੀ ਹੈ ਉਹ ਕੀ ਤੁਹਾਡੇ ਤੇ ਬੀਤ ਰਹੀ ਹੈ? ਬੀਤਣੀ ਕੀ ਹੈ, ਆ ਤੁਹਾਡੇ ਸਾਹਮਣੇ ਹੀ ਆ। ਮੇਰਾ ਤਾਂ ਕੁਛ ਵੀ ਨਹੀਂ ਰਿਹਾ, ਮੇਰਾ ਕੁਛ ਵੀ ਨਹੀਂ ਰਹਿ ਗਿਆ। 6 ਮਹੀਨਿਆਂ ਦੇ ਵਿੱਚ ਮੇਰੇ 6 ਜੀ ਚਲੇ ਗਏ। 6 महीनों में 6 जी, यानी कि 4 आपके पोते, एक आपका बेटा और दूसरा आपका बेटा। अच्छा, वो दूसरा बेटा आपका कैसे फोत हुआ, वो क्या मामला है? ਕੈਂਸਰ ਸੀ। अच्छा, कैंसर तक, उसकी क्या उम्र थी? ਉਸ ਹੈ ਸੀ ਮੇਰਾ 26-27 ਸਾਲ ਦੀ ਹੈ ਸੀ। 26-27 साल की उम्र में आपका दूसरा बेटा कैंसर से फोत हुआ। और अजीम की कितनी उम्र थी? ਇਹਦੀ ਹੈ 32-33 ਸਾਲ। अच्छा, अजीम बड़ा भाई था दूसरे से? ਹਾਂਜੀ। अच्छा, तो जो है आपके कभी वहमो गुमान में भी था कि अजीम ऐसी हरकत करेगा कि आपका दिल जो है टूट जाएगा
اور جس طریقے سے آپ آج افسردہ یہاں پر بیٹھے ہیں عظیم کی اس حرکت کی وجہ سے کہ عظیم نے اپنے ہی 4 بچے مارے، تو کوئی لڑائی جھگڑا رہتا تھا کہ کیوں اس نے ایسی حرکت کی؟ ਉਹ 7 ਸਾਲ ਹੋ ਗਏ ਨੇ ਸਾਡੇ ਕੋਲੋਂ ਲਹਿਦਾ ਚਲੇ ਗਏ ਦੋਨੇ ਜੀ। ਉਹ ਕਿਰਾਏ ਤੇ ਰਹਿੰਦੇ ਸੀ, ਅਸੀਂ ਇੱਥੇ ਰਹਿੰਦੇ ਹਾਂ, ਉਹ ਪੰਜੂ ਰਹਿੰਦੇ ਸੀ। ਤੇ ਅਸੀਂ ਕਿਤੇ 2-3 ਮਹੀਨੇ ਜਾਣਾ, ਘੰਟਾ 2 ਘੰਟੇ ਰਹਿਣਾ, ਅਸੀਂ ਆਪਣੇ ਘਰ ਆ ਜਾਣਾ। ਨਾ ਕਦੇ ਉਹ ਮੁੰਡੇ ਨੇ ਬਤਾਇਆ ਸੀ, ਨਾ ਕਦੇ ਉਹਦੇ ਜੀਆਂ ਨੇ ਬਤਾਇਆ ਵੀ ਉਹਨਾਂ ਦੇ ਵਿੱਚ ਕੀ ਕੋਈ ਮਾਮਲਾ ਸੀ। अच्छा, कोई बात अजीम ने आपसे शेयर नहीं करता था आपसे कि इस किस्म की? तो कहते हैं कोई लड़ाई झगड़ा हुआ था या अजीम के बारे में, ज़ाहिर है अजीम के बाप हैं, कहते हैं कि वो जो है उसका नफसियाती कोई मरीज़ था, कोई नफसियाती मरीज़ था कोई? नहीं, बिल्कुल ठीक था दिमाग उसका। हाँ। तो फिर जो है बाप जो है अपने ही 4 जिगर गोशों को किस तरीके से ले जाता है और केले खिलाता है और घर से तफरी करने के बहाने ले जाता है, फिर जो है नहर में धक्का दे के मार देता है? ਇਹ ਨਹੀਂ ਮੈਨੂੰ ਪਤਾ, ਇਹ ਮੈਨੂੰ ਕੋਈ ਪਤਾ ਨਹੀਂ ਵੀ ਕੀ ਹੋਇਆ ਕੀ ਨਹੀਂ ਹੋਇਆ। ਅਸੀਂ ਇੱਥੇ ਉਹ ਉੱਥੇ, ਅਸੀਂ ਤਾਂ ਉਦੋਂ ਗਏ ਹਾਂ ਜਦੋਂ ਬੱਚੇ ਲੱਭਦੇ ਫਿਰ। ਅੱਛਾ, ਇੱਥੇ ਲੋਕ ਵੀ ਆ ਰਹੇ ਹੈ, ਅਫਸੋਸ ਵੀ ਕਰ ਰਹੇ ਨੇ ਤੁਹਾਡੇ ਨਾਲ, ਤੇ ਕੀ ਕਹਿੰਦੇ ਹੋ ਕਿ ਕੀ ਸਮਝਦੇ ਹੋ ਕਿ ਅਦਾਲਤ ਨੇ ਜਿਹੜਾ ਮਾਵਰਾ ਅਦਾਲਤ ਕਤਲ ਨਹੀਂ ਹੋਇਆ, ਕੀ ਪੁਲਿਸ ਨੇ ਕੀ ਇਨਸਾਫ ਕੀਤਾ ਹੈ, ਜਾਂ ਤੁਸੀਂ ਚਾਹੁੰਦੇ ਸੋ ਕਿ ਅਦਾਲਤ ਦੇ ਅੰਦਰ ਅਜ਼ੀਮ ਜਾਏ, ਅਦਾਲਤ ਫੈਸਲਾ ਕਰੇ ਔਰ ਅਜ਼ੀਮ ਜਿਹੜਾ ਹੈ ਅਸਲ ਹਕੀਕਤ ਦੱਸੇ ਕਿ ਕੀ ਮਾਮਲਾ ਹੋਇਆ ਸੀ ਕਿ ਉਹਨੇ ਆਪਣੇ 4 ਬੱਚੇ ਮਾਰੇ? ਫੈਸਲਾ ਤਾਂ ਉਹਨਾਂ ਹੀ ਕਰਨਾ ਸੀ ਹਕੂਮਤ ਨੇ। ਹੁਣ ਅੱਗੇ ਕੀ ਪਤਾ ਵੀ ਉਹਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਨਹੀਂ, ਤੁਸੀਂ ਨਹੀਂ ਚਾਹੁੰਦੇ ਸੋ ਕਿ ਅਜ਼ੀਮ ਅਸਲ ਹਕੀਕਤ ਦੱਸਦਾ ਕਿ? नाज़रीन, आपने अज़ीम के वालिद साहब की गुफ्तगू भी सुनी और वो सदमे से इतने रंजीदा हैं कि आप देख सकते हैं कि इनकी आंखों में आंसू भी हैं और इनसे बात करना भी जो है मुश्किल हो रहा है। और इनका यही कहना है कि जो है मावरा अदालत कत्ल हुआ जो है, और इससे जो है इनका कोई लेना देना नहीं है, बल्कि इन्होंने कहा है कि जो अज़ीम ने किया वही उन्होंने पाया। बल्कि अज़ीम के वालिद साहब ने ये भी हमसे इंटरव्यू के दौरान कहा है कि इनको अपने बेटों से ज़्यादा अपने पोते अजीज़ थे, और आज जो है इनके 6 माह के अंदर जो है 6 घर के अहम फ़र्द जो है वो नहीं रहे, जिनमें अज़ीम, 4 उनके पोते और इनका एक और जो है बेटा छोटा जिसकी 26 साल उम्र थी, वो कैंसर की वजह से फोत हुआ है। तो सदमे में है जो है। अल्लाह ताला जो है मुल्क के अंदर अदल और इंसाफ का बोल बाला करे। कहते हैं जैसा करोगे वैसा पाओगे, और अज़ीम के साथ जो मामला हुआ है, लेकिन हुआ तो ये मावरा अदालत कत्ल है। ज़्यादा अच्छा होता कि असल मुहर्रकात सामने आते और कौम को मालूम होता कि क्या वजह बनी 4 बच्चों के कत्ल की। और जो है जिस तरीके से अज़ीम की बीवी सकीना बीबी ने भी हमसे ये कहा था कि वो चाहती हैं कि असल बात पता चले कि अज़ीम की जो 1.5 लाख रुपये तनख्वाह थी वो कहाँ जाती है, घर में गुर्बत है। ये सारे सवालात जो है इनका जवाब जो है नहीं मिल सका, क्योंकि अज़ीम जब नहीं रहा तो ज़ाहिर है अगर अज़ीम होता तो इस सारे अदालत में इन सारे सवालात का जवाब मिलता और जो है असल हक़ाइक़ सामने आते। आइंदा किसी नई वीडियो में किसी नए मौजू के साथ हाज़िर खिदमत हूँगा। आप देखते रहें आप टीवी। अल्लाह हाफिज़।